ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। निजी नशा छुड़ाओ केंद्र च हुई मरीज की मौत। परिवार ने हस्पताल च कीता जबरदस्त हंगामा। हस्पताल के मुलाजमां ते लाए गंभीर इल्जाम। खन्ना च 2 मोटरसाइकिल सवार असले समेत काबू। 2 जिंदा कारतूस ते 32 बोर दा पिस्तौल बरामद। पुलिस ਵੱਲੋਂ पड़ताल जारी। पायल दे गुरुद्वारा करमसर राणा साहिब च मनाई गई विसाखी। वड्डी गिणती च श्रद्धालु होए नतमस्तक। गुरु साहिब दे चरनां च भरी हाजरी। बाबा निर्गुण दास गुरुद्वारा साहिब च करवाए गए दस्तार मुकाबले। तकरीबन 80 बच्चों ने लिया भाग। जेतू बच्चों को दिते गए नगद इनाम। बाबा दास ਵੱਲੋਂ स्कूटर मोटरसाइकिल रैली का आयोजन। आप विधायकों ने हरी झंडी दे के कीता रवाना। श्री हनुमान जयंती मौके सालाना रथ यात्रा का इंतजाम। श्री संकट मोचन हनुमान महासभा ਵੱਲੋਂ ਕੀਤਾ ਗਿਆ आयोजन। विधायक अशोक प्राशर ਵੱਲੋਂ संगतां ਨੂੰ ਦਿੱਤੀ गई मुबारकबाद। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਲੁਧਿਆਣਾ ਦੇ ਇੱਕ ਨਿੱਜੀ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਇੱਕ 32 ਸਾਲ ਦੇ ਮਰੀਜ਼ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਜੱਗੀ ਨਾਮਕ ਇਹ 32 ਸਾਲ ਦਾ ਨੌਜਵਾਨ ਆਪਣੀ ਸ਼ਰਾਬ ਪੀਣ ਦੀ ਆਦਤ ਨੂੰ ਛੁਡਾਉਣ ਦੇ ਲਈ ਇਸ ਨਿੱਜੀ ਹਸਪਤਾਲ ਦੇ ਵਿੱਚ 9 ਅਪ੍ਰੈਲ ਨੂੰ ਦਾਖਲ ਹੋਇਆ ਸੀ। ਪਰ ਪਰਿਵਾਰਕ ਮੈਂਬਰਾਂ ਦਾ ਇਹ ਆਰੋਪ ਹੈ ਕਿ ਜਿੱਥੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਲਾਜ 'ਚ ਲਾਪਰਵਾਹੀ ਵਰਤੀ ਗਈ ਹੈ, ਉੱਥੇ ਇਸ ਹਸਪਤਾਲ ਦਾ ਸਟਾਫ ਹੀ ਮਰੀਜ਼ ਨੂੰ ਸ਼ਰਾਬ ਲਿਆ ਕੇ ਪਿਲਾਉਂਦਾ ਰਿਹਾ। ਇਸ ਹੰਗਾਮੇ ਤੋਂ ਬਾਅਦ ਜਦੋਂ ਮੀਡੀਆ ਕਰਮੀਆਂ ਨੇ ਇਸ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕੈਮਰੇ ਤੋਂ ਬਚਦੇ ਨਜ਼ਰ ਆਏ ਨੇ। ਉਹਨਾਂ ਨੂੰ 9 ਤਰੀਕ ਨੂੰ ਇੱਥੇ ਐਡਮਿਟ ਕਰਾਇਆ ਸੀ ਸ਼ਰਾਬ ਛੁਡਾਉਣ ਲਈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਉਹਨਾਂ ਨੂੰ ਖੁਦ ਇੱਥੇ ਸ਼ਰਾਬ ਪਿਲਾਈ ਜਾਏਗੀ। ਅਸੀਂ ਤਾਂ ਘਰੇ ਬੇਫਿਕਰ ਹੋ ਕੇ ਬੈਠ ਗਏ ਸੀਗੇ ਕਿ ਸਾਡੇ ਜੇ ਠੀਕ ਹੋ ਕੇ ਘਰ ਆ ਜਾਣਗੇ। ਡਾਕਟਰ ਸਾਹਿਬ ਨੇ ਬੜੇ ਕੌਨਫੀਡੈਂਸ ਨਾਲ ਕਿਹਾ ਸੀ 10 ਦਿਨ ਦਾ ਟਾਈਮ ਦਿਓ, 10 ਦਿਨ 'ਚ ਇਹਨਾਂ ਨੂੰ ਸ਼ਰਾਬ ਦੀ ਲੱਤ ਇਹਨਾਂ ਦੀ ਛੁੱਟ ਜਾਏਗੀ ਤੇ ਆ ਜਾਣਗੇ। ਇਹਨਾਂ ਦੇ ਖੁਦ ਹੀ ਅੰਦਰ ਕੋਈ ਬੰਦੇ ਮਿਲੇ ਹੋਏ ਨੇ, 2 ਵਾਰੀ ਉਹਨਾਂ ਨੂੰ ਸ਼ਰਾਬ ਅੰਦਰ ਲੈ ਕੇ ਖੁਦ ਪਿਲਾਈ ਗਈ ਹੈ। ਨਸ਼ਾ ਮੁਕਤੀ ਕੇਂਦਰ ਦਾ ਇਹ ਹਾਲਤ ਦੱਸੋ ਫਿਰ ਹੋਰ ਅਸੀਂ ਕਿੱਥੇ ਲੈ ਕੇ ਜਾਂਦੇ ਉਹਨਾਂ ਨੂੰ। मतलब हुण तुहाडी जिस तरह दस्सिया जा रहा है ਹਸਪਤਾਲ ਬੰਦ ਕਰਾਇਆ ਜਾਵੇ ਜੀ। ਕੋਈ ਨਸ਼ਾ ਮੁਕਤੀ ਕੇਂਦਰ ਨਹੀਂ ਹੈਗਾ, ਗੁੰਡਾਗਰਦੀ ਫੈਲਾ ਰਹੇ ਆ ਇਹ। ਅੰਦਰ ਇਹਨਾਂ ਨੇ ਗੁੰਡੇ ਬਿਠਾਏ ਹੋਏ ਆ ਅੰਦਰ। ਕੋਈ ਅੰਦਰ ਡਾਕਟਰ ਨਹੀਂ ਹੈਗਾ, ਕੋਈ ਨਰਸਾਂ ਨਹੀਂ ਹੈਗੀਆਂ। ਗੁੰਡੇ ਇਹਨਾਂ ਨੇ ਸਿਕਿਉਰਿਟੀ ਗਾਰਡ ਦੇ ਨਾਮ ਤੇ ਗੁੰਡੇ ਬਿਠਾਏ ਹੋਏ ਆ। तो आज 4-5 दिन तो उन्होंने ट्रीटमेंट चल रहा ਸੀਗਾ और ਇੱਥੋਂ ਦੇ ਲੋਕਾਂ ਨੇ ਇਹੋ ਜਿਹਾ ਟ੍ਰੀਟਮੈਂਟ ਕੀਤਾ ਹੈ ਕਿ ਜਿਸ ਚੀਜ਼ ਨੂੰ ਅਸੀਂ ਛੁਡਵਾਉਣਾ ਚਾਹੁੰਦੇ ਸੀ ਉਹੀ ਉਹ ਚੀਜ਼ ਇੱਥੇ ਸਰੇਆਮ ਸਰਵ ਹੋ ਰਹੀ ਸੀ। एक्स्ट्रा पेमेंट ले के हर ड्रिंक के लिए 2500 रुपए एक्स्ट्रा चार्जिंग लेंदे सीगे। ਸਾਡੇ ਕੋਲ ਉਹਨਾਂ ਦੇ ਨਾਮ ਵੀ ਹੈਗੇ ਨੇ, ਆਨਲਾਈਨ ਸਾਡੇ ਕੋਲ ਉਹਨਾਂ ਦਾ ਸਾਰਾ ਪ੍ਰੂਫ ਹੈਗਾ। ਇੱਥੋਂ ਦੇ ਮੈਨੇਜਰ ਸਾਹਿਬ ਨਾਲ ਮਿਲੇ ਹੋਏ ਨੇ, ਉਹਨਾਂ ਦੇ ਅੰਡਰ ਹੀ ਬੈਠ ਕੇ ਸਾਰਾ ਕੰਮ ਚੱਲਦਾ ਪਿਆ ਸੀਗਾ। ਸ਼ਰਾਬ ਕੌਣ ਪਰੋਸਦਾ ਸੀਗਾ? ਇਹਨਾਂ ਦੇ ਵਰਕਰ ਜਿਹੜੇ ਹੈ ਜੀ, ਜੋ ਗਾਰਡ ਨੇ, ਅਰਜੁਨ ਨਾਮ ਹੈਗਾ ਜਿਹਨੇ ਲਿਆ ਕੇ ਦਿੱਤੀ ਹੈ, ਔਰ ਮੈਨੇਜਰ ਸਾਹਿਬ ਜਿਹੜੇ ਮੇਨ ਹੈਗੇ ਹੈਡ, ਉਹਨਾਂ ਦੇ ਅੰਡਰ ਹੀ ਇਹ ਸਾਰਾ ਕੰਮ ਚੱਲਦਾ ਪਿਆ ਸੀਗਾ। ਸ਼੍ਰੀਮਾਨ ਇੱਦਾਂ ਹੈਗਾ, देयर हैज़ बीन अ रिपोर्ट ਕਿ ਇੱਕ ਪੇਸ਼ੈਂਟ ਐਡਮਿਟਡ ਸੀਗੇ ਡੀ ਐਡਿਕਸ਼ਨ ਸੈਂਟਰ 'ਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈਗੀ ਹੈ। ਉਹਨਾਂ ਦੀ ਫੈਮਿਲੀ ਪ੍ਰੋਟੈਸਟ ਕਰ ਰਹੀ ਹੈ ਕਿ ਡਾਕਟਰਸ ਦੀ ਨੈਗਲੀਜੈਂਸ ਕਰਕੇ ਆ ਹੋਇਆ ਹੈਗਾ। ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ।
ਇਹ ਦੱਸਿਆ ਜਾ ਰਿਹਾ ਕਿ ਹਸਪੀਟਲ ਦੇ ਅੰਦਰ ਹੀ ਸ਼ਰਾਬ ਪਰੋਸੀ ਜਾ ਰਹੀ ਸੀਗੀ ਤੇ ਜਿੱਥੇ ਬੰਦਾ ਠੀਕ ਹੋਣ ਆਉਂਦਾ ਉੱਥੇ ਹੀ ਸ਼ਰਾਬ ਪਰੋਸੀ ਜਾ ਰਹੀ ਹੈ। ਇਹ ਬੜੀ ਵੱਡੀ ਗੱਲ ਹੈ ਜੀ। ਫੈਮਿਲੀ ਨੇ ਐਲੀਗੇਸ਼ਨ ਲਗਾਇਆ ਹੈਗਾ, ਬਾਕੀ ਇਨਵੈਸਟੀਗੇਸ਼ਨ 'ਚ ਹੀ ਸਾਹਮਣੇ ਆਏਗਾ ਜੀ। ਅਜੇ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ। ਕਿਸ ਤਰ੍ਹਾਂ ਦਾ ਮਾਮਲਾ ਹੈ ਤੱਕ ਦਰਜ ਕੀਤਾ ਗਿਆ ਹੈ? ਅਰੈਸਟ ਕਰ ਲਿਆ ਕੋਈ ਬੰਦਾ ਹੈ ਜੀ? देयर हैज़ बीन एन एफआईआर ऑलरेडी पुलिस ने एक्शन इनिशिएट करके एफआईआर रजिस्टर हो चुकी है। ਸਰ ਹਸਪੀਟਲ ਕਿਹੜਾ ਹੈ? ਤੇ ਉਧਰ ਖੰਨਾ ਤੋਂ ਖਬਰ ਹੈ ਜਿੱਥੇ ਪੁਲਿਸ ਵੱਲੋਂ 2 ਮੋਟਰਸਾਈਕਲ ਸਵਾਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕੋਲੋਂ 2 ਜ਼ਿੰਦਾ ਕਾਰਤੂਸ ਅਤੇ 32 ਬੋਰ ਦਾ ਪਿਸਤੌਲ ਬਰਾਮਦ ਹੋਇਆ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। पिस्टल 32 बोर का रिकवर हुआ है, तो इसके बारे में बेसिकली आपको ब्रीफ करना था। जो उप पुलिस कप्तान सबराला है, उन्होंने बहुत अच्छा चंगी तरह से काम किया। उसमें 2 मोने व्यक्ति मोटरसाइकिल पे जा रहे थे, हमारे पास इनपुट्स था। फिर हमने उनसे पूछताछ की। पूछताछ के दौरान ये पिस्टल रिकवर हुआ है। इसमें बेसिकली हमने 2 बंदों को अरेस्ट किया है और हमें फर्दर लीड्स भी मिला है एंड वी एक्सपेक्ट कि इसमें और भी रिकवरीज होंगी। सर ਜਿਹੜੇ ਬੰਦੇ ਫੜੇ ਨੇ ਉਹਦਾ ਕ੍ਰਿਮੀਨਲ ਰਿਕਾਰਡ ਹੈ ਕੋਈ ਪਹਿਲਾਂ? नहीं जी, उनके खिलाफ कोई पर्चा नहीं, फर्स्ट टाइम ऑफेंडर्स है। किन्नी केस दे हैगे ने? नहीं, जो इनको हमने पकड़ा है उनके खिलाफ कोई पर्चा दर्ज नहीं है, फर्स्ट टाइम ऑफेंडर्स है। एज एक की 19 साल है, एक की 25 साल है। तो सर कहाँ से अरेस्ट किया इनको? इनको अरेस्ट किया वही लोलपुर के पास से, बेसिकली उस नाका के पास उनको डिटेन किया गया था। वहाँ से पूछताछ के क्रम में बेसिकली पिस्टल रिकवर। तो सर ये कहाँ पे यूज करना था, इसके बारे में कोई है जानकारी सर? इसके बारे में अभी पूछताछ चल रहा है। अभी अगेन थोड़ा सा इनपुट्स है, बट क्लियर इनपुट्स अभी और पूछताछ करने के बाद। इसके अलावा कोई और कोई ड्रग मनी का कोई और चीज पकड़ी गई इनके पास? नहीं, साथ में ड्रग मनी नहीं था, बट साथ में 2 राउंड्स पकड़े गए 32 बोर के ही। सर ये वेपन है जो इंडियन है या फॉरेन का? नहीं, इंडियन मेड वेपन है, फॉरेन मेड नहीं है। ਵਿਸਾਖੀ ਦੀ ਗੱਲ ਕਰਦੇ ਹਾਂ। ਵਿਸਾਖੀ ਦੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਸੰਗਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਨਤਮਸਤਕ ਹੋਈਆਂ ਤੇ ਗੁਰੂ ਘਰ ਵਿੱਚੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਵੈ ਪ੍ਰਗਟਿਓ ਮਰਦ ਗਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਦੇ 1699 ਦੇ ਵਿਸਾਖੀ ਦੇ ਦਿਨ 'ਤੇ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲਾਂ 5 ਪਿਆਰੇ ਸਾਜੇ ਔਰ 5 ਪਿਆਰੇ ਸਾਜਣ ਤੋਂ ਬਾਅਦ ਉਹਨਾਂ ਤੋਂ ਖੰਡੇ ਬਾਟੇ ਦੀ ਪਹੁੰਚ ਛੱਕ ਕੇ ਆਪ ਗੁਰੂ ਵਾਲੇ ਬਣੇ। ਔਰ ਅੱਜ ਦੇ ਦਿਨ 'ਤੇ ਇਤਿਹਾਸਕ ਦਿਨ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਿੱਥੇ ਦੇਸ਼ਾਂ 'ਚ ਬੈਠੀਆਂ ਸੰਗਤਾਂ ਵੱਡੇ ਪੱਧਰ 'ਤੇ ਵਿਸਾਖੀ ਦਾ ਦਿਨ ਮਨਾ ਰਹੀਆਂ ਹਨ, ਉੱਥੇ ਦੇਸ਼ਾਂ 'ਚ ਵੀ ਬੈਠੀਆਂ ਸੰਗਤਾਂ ਬੜੇ ਵੱਡੇ ਪੱਧਰ 'ਤੇ ਮਨਾ ਰਹੀਆਂ ਹਨ। ਔਰ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਆਪਣੇ ਆਪਣੇ ਗੁਰੂ 'ਤੇ ਭਰੋਸਾ ਕਰਕੇ ਖੰਡੇ ਬਾਟੇ ਦੀ ਪਹੁੰਚ ਚੱਕ ਕੇ ਗੁਰੂ ਵਾਲਾ ਬਣਨਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਖੰਡੇ ਬਾਟੇ ਦੀ ਪਹੁੰਚ ਚੱਕ ਕੇ ਗੁਰੂ ਦੇ ਨਾਲ ਲੱਗ ਕੇ ਤਾਂ ਹੀ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਉਸ ਸਰਬੰਸਦਾਨੀ ਦੇ ਅਸੀਂ ਪੁੱਤਰ ਕਹਾਣ ਦੇ ਹੱਕਦਾਰ ਹੋ ਜਾਵਾਂਗੇ, ਜਿਨ੍ਹਾਂ ਨੇ ਆਪਣੇ ਲਈ ਸਾਡੀ ਕੌਮ ਦੇ ਲਈ ਜਿੱਥੇ ਬੱਚੇ ਵਾਰੇ ਉਹਦੇ ਪਿਤਾ ਵੀ ਵਾਰਿਆ। ਅੱਜ ਉਸ ਪਿਤਾ ਦੇ ਪੁੱਤਰ ਦੇ ਅੱਜ ਦੇ ਦਿਨ 'ਤੇ ਇਤਿਹਾਸਕ ਦਿਨ ਮਨਾ ਰਹੇ ਹਾਂ। ਮੈਂ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਦਿਨ 'ਤੇ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਖਾਲਸੇ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਅਹਿਮ ਰੋਲ ਅਦਾ ਕਰਨ ਵਾਲੀ ਸੰਸਥਾ ਰਾੜਾ ਸਾਹਿਬ ਸੰਪਰਦਾਇ ਦੇ ਸੈਕਟਰੀ ਭਾਈ ਰਣਧੀਰ ਸਿੰਘ ਢੀਂਡਸਾ ਜੀ ਨੇ ਵੀ ਖਾਸ ਗੱਲਬਾਤ ਕੀਤੀ ਅਤੇ ਵੱਖ-ਵੱਖ ਪੱਖਾਂ ਤੇ ਉਹਨਾਂ ਆਪਣਾ ਪੱਖ ਰੱਖਿਆ। ਉਹਨਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਅੱਜ ਸਾਡਾ ਸਭ ਤੋਂ ਵੱਡਾ ਦਿਨ ਹੈ ਜੀ, ਖਾਲਸੇ ਦਾ ਜਨਮ ਦਿਹਾੜਾ ਜੀ। ਅੱਜ ਨਤਮਸਤਕ ਹੋਣ ਲਈ ਆਏ ਹੋ, ਕੀ ਕਹੋਗੇ ਅੱਜ ਦਾ ਜਿਹੜਾ ਦਿਹਾੜਾ ਹੈ ਇਹਦੇ ਮੌਕੇ, ਕਿਉਂਕਿ ਅੱਜ ਦੇ ਦਿਨ ਤੁਸੀਂ ਜਾਣਦੇ ਹੋਵੋਗੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਸਾਜਨਾ ਦਿਵਸ ਹੈ ਜੀ ਅੱਜ। ਉਹਦੇ ਮੁਤਲਕ ਹਰ ਕੋਈ ਬੰਦਾ ਖਾਲਸੇ ਨੂੰ ਨਤਮਸਤਕ ਹੋ ਰਿਹਾ। ਠੀਕ ਹੈ ਜੀ, ਥੈਂਕ ਯੂ ਜੀ ਭਾਜੀ, ਜਿਹੜੇ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਏ ਨੇ। ਸੋ ਕਰਦੇ ਹਾਂ ਰਵਿੰਦਰ ਜੀ ਨਾਲ ਗੱਲਬਾਤ। ਹਾਂਜੀ ਰਵਿੰਦਰ ਜੀ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਅੱਜ ਵਿਸਾਖੀ ਦਾ ਦਿਹਾੜਾ। ਪਹਿਲਾਂ ਸਾਰੀ ਸੰਗਤ ਨੂੰ ਫਾਸਟਵੇ ਦੇ ਗਰੁੱਪ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਗੁਰਦੁਆਰਾ ਰਾੜਾ ਸਾਹਿਬ ਵਿਖੇ ਆਪਾਂ ਮੌਜੂਦ ਹਾਂ। ਇੱਥੇ ਨਤਮਸਤਕ ਹੋਣ ਆਏ ਸੀਗੇ, ਜਿੱਥੇ ਇੱਕ ਦੀਵਾਨ ਲੱਗਿਆ ਹੋਇਆ, ਬਾਬਾ ਜੀ ਕਥਾ ਕੀਰਤਨ ਕਰ ਰਹੇ ਨੇ। ਸੰਗਤਾਂ ਭਾਰੀ ਗਿਣਤੀ ਦੇ ਵਿੱਚ ਜੁੜੀਆਂ ਹੋਈਆਂ ਨੇ। ਤੇ ਜਿਹੜਾ ਸਿੱਖ ਇਤਿਹਾਸ ਆ ਅੱਜ ਦੇ ਦਿਨ
ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦਿਨ ਅੰਮ੍ਰਿਤਪਾਨ ਕਰਾਇਆ, ਅੰਮ੍ਰਿਤ ਛਕਾਇਆ ਸੀਗਾ ਤੇ ਪੰਜ ਪਿਆਰਿਆਂ ਨੂੰ ਉਹਨੂੰ ਲੈ ਕੇ ਅੱਜ ਦੇ ਦਿਨ ਪੂਰੀਆਂ ਦੁਨੀਆ ਭਰ ਦੀਆਂ ਸੰਗਤਾਂ, ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦਾ ਤਿਉਹਾਰ ਮਨਾਇਆ ਜਾਂਦਾ ਤੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗੁਰੂ ਦੀਆਂ ਕਥਾ ਸੁਣਦੀਆਂ ਨੇ, ਗੁਰੂ ਦੇ ਗੁਣਗਾਨ ਕਰਦੀਆਂ ਨੇ ਜੀ। ਕਹਿ ਸਕਦੇ ਨਾ ਵੀ ਜਿਵੇਂ ਹੁਣ ਵੀ ਅੱਜ ਦੇ ਦਿਨ ਜਿਹੜੇ ਦਸਮ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿੱਦੜਾਂ ਤੋਂ ਮਤਲਬ ਸ਼ੇਰ ਬਣਾਏ। ਬਿਲਕੁਲ ਜੀ, ਜਿਹੜੀ ਸਿੱਖ ਕੌਮ ਆ ਇਹ ਤਾਂ ਹੈ ਹੀ ਸ਼ੇਰਾਂ ਦੀ ਕੌਮ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤਪਾਨ ਕਰਾਇਆ ਸੀ ਉਹਨਾਂ ਨੇ ਕਿਹਾ ਸੀ ਜੋ ਮੇਰੀ ਸ਼ੇਰਾਂ ਦੀ ਕੌਮ ਆ ਇਹ ਸ਼ੇਰ ਬਣ ਕੇ ਕੰਮ ਕਰਨਗੇ, ਸ਼ੇਰ ਬਣ ਕੇ ਸੇਵਾ ਕਰਨਗੇ। ਕਦੇ ਵੀ ਸਿੱਖ ਜਿਹੜਾ ਹੈਗਾ ਕਿਸੇ ਦੇ ਉੱਪਰ ਜ਼ੁਲਮ ਬਰਦਾਸ਼ਤ ਨਹੀਂ ਕਰਦਾ ਹੈਗਾ ਤੇ ਨਾਲ ਜ਼ੁਲਮ ਦੇ ਨਾਲ ਟਾਕਰਾ ਕਰਦਾ। ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਜੋ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਹੈ, ਖਾਲਸਾ ਸਾਜਨਾ ਦਿਵਸ, ਜਿੱਥੇ ਉਦੋਂ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਤੇ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਰਹਿੰਦੀਆਂ ਨੇ, ਹਰ ਸਾਲ ਇਸ ਮਹਾਨ ਪੁਰਬ ਨੂੰ ਬੜੀ ਧੂਮਧਾਮ ਦੇ ਨਾਲ, ਬੜੇ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਜਿੱਥੇ ਹਰ ਸਾਲ ਗੁਰੂ ਘਰਾਂ ਦੇ ਅੰਦਰ ਵੱਡੇ ਵੱਡੇ ਸਮਾਗਮ ਹੁੰਦੇ ਨੇ, ਉੱਥੇ ਥਾਂ ਥਾਂ ਤੇ ਬੜਾ ਭਾਰੀ ਅੰਮ੍ਰਿਤ ਸੰਚਾਰ ਹੁੰਦਾ ਹੈ। ਔਰ ਖ਼ਾਸ ਕਰਕੇ ਜੇ ਆਪਾਂ ਰਾੜਾ ਸਾਹਿਬ ਦੀ ਗੱਲ ਕਰੀਏ, ਸੰਪਰਦਾਇ ਰਾੜਾ ਸਾਹਿਬ ਦੇ ਬਾਨੀ, ਜਿੱਥੇ ਪਹਿਲੇ ਮਤਲਬ ਮੈਂ ਸਮਝਦਾ ਕਿ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਸਾਡੀ ਸੰਪਰਦਾ ਦੇ ਮੁਖੀ ਹੋਏ ਨੇ, ਉੱਥੇ ਇਸ ਸਥਾਨ ਦਾ ਜਿਹੜਾ ਮੁੱਢ ਹੈ ਉਹ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਬੰਨ੍ਹਿਆ। ਔਰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਜਿੱਥੇ ਸਾਰਾ ਜੀਵਨ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਭਰ ਦੇ ਅੰਦਰ ਕੀਤਾ ਔਰ ਤਕਰੀਬਨ 7.5 ਲੱਖ ਪ੍ਰਾਣੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚਾੜ੍ਹਨੇ ਕੀਤਾ। ਤੇ ਉਧਰ ਬਾਬਾ ਨਿਰਗੁਣ ਦਾਸ ਗੁਰਦੁਆਰਾ ਸਾਹਿਬ 'ਚ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 80 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਜੇਤੂ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਗਏ। ਅੰਤਰਰਾਸ਼ਟਰੀ ਪਗੜੀ ਦਿਵਸ ਹੈ, ਇੰਟਰਨੈਸ਼ਨਲ ਟਰਬਨ ਡੇ ਹੈ। ਵੈਸੇ ਕਾਫੀ ਬੰਦਿਆਂ ਦਾ ਮੈਨੂੰ ਪਤਾ ਲੱਗਿਆ ਅੱਜ ਵੀ, ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਅੱਜ ਇੰਟਰਨੈਸ਼ਨਲ ਟਰਬਨ ਡੇ ਆ। ਅੱਜ ਪਗੜੀ ਦਿਵਸ ਦੇ ਉੱਤੇ ਅਸੀਂ ਜਿਹੜੇ ਇਹ ਦਸਤਾਰ ਦੇ ਮੁਕਾਬਲੇ ਕਰਾਏ ਨੇ, ਬਹੁਤ ਸਾਰੇ ਬੱਚੇ ਨੌਜਵਾਨ ਇਹਦੇ ਵਿੱਚ ਆਏ, ਕਈ ਦੂਰੋਂ ਮੋਗੇ ਤੱਕ ਦੇ ਜਿਹੜੇ ਇਹਦੇ ਵਿੱਚ ਭਾਗ ਲੈਣ ਲਈ ਆਏ ਨੇ। ਬਹੁਤ ਹੀ ਮੁੰਡਿਆਂ ਨੇ ਸੋਹਣੀਆਂ ਜਿਹੜੀਆਂ ਪੱਗਾਂ ਬੰਨੀਆਂ ਹੋਈਆਂ ਸੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਮੁਕਾਬਲਾ ਹੋਇਆ। ਬੜੀ ਖੁਸ਼ੀ ਹੋਈ ਇੰਨੀਆਂ ਸੋਹਣੀਆਂ ਪੱਗਾਂ ਦੇਖ ਕੇ। ਬਾਕੀ ਪੱਗ ਜਿਹੜੀ ਹੈ ਇਹ ਸਿੱਖ ਧਰਮ ਦਾ ਤਾਂ ਜ਼ਰੂਰੀ ਹਿੱਸਾ ਹੈ ਹੀ ਆ, ਇਹ ਤੋਂ ਬਿਨਾਂ ਇਹ ਪੰਜਾਬੀਆਂ ਦੀ ਤੇ ਪੰਜਾਬੀਅਤ ਦੀ ਵੀ ਪਹਿਚਾਣ ਆ। ਜਿਹੜੀ ਪੱਗ ਹੈ, ਪੱਗ ਇੱਕ ਸਾਡਾ ਵਿਰਸਾ ਹੈ, ਇੱਕ ਸਾਡੀ ਪਹਿਚਾਣ ਹੈ, ਸਰਦਾਰੀ ਦੀ ਪਹਿਚਾਣ ਹੈ, ਇੱਕ ਵਿਸ਼ਵਾਸ ਦੀ, ਅਣਖ ਗੈਰਤ ਦੀ ਪਹਿਚਾਣ ਹੈ, ਪੰਜਾਬੀਅਤ ਨਾਲ ਜੁੜਿਆ ਹੋਇਆ ਇੱਕ ਮੁੱਦਾ ਹੈ। ਸੋ ਬਹੁਤ ਵਧੀਆ ਲੱਗਿਆ ਵੀ ਅੱਗੇ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਇਹ ਚੀਜ਼ ਪ੍ਰਫੁੱਲਤ ਹੋਏਗੀ, ਜਿਹੜੇ ਪੱਗ ਬੰਨਣਗੇ ਅੱਗੇ ਵਧੀਆ ਪੱਗਾਂ ਬੰਨਣਗੇ ਤੇ ਇੱਕ ਪੰਜਾਬ ਦੀ ਦੁਨੀਆ ਦੇ ਵਿੱਚ ਇਹਦੇ ਨਾਲ ਇੱਕ ਪਹਿਚਾਣ ਜਿਹੜੀ ਬਣਦੀ ਹੈ। ਬਹੁਤ ਵਧੀਆ ਲੱਗ ਰਿਹਾ ਕਿ ਮੈਂ ਵੀ ਫੀਲ ਕਰ ਰਿਹਾ ਕਿ ਮੈਨੂੰ ਪੱਗ ਬੰਨ੍ਹਣੀ ਵਧੀਆ ਲੱਗਦੀ ਹੈ ਤੇ ਮੈਂ ਵੀ ਸਾਰਿਆਂ ਨੂੰ ਕਹਿੰਦਾ ਕਿ ਪੱਗ ਬੰਨ੍ਹਣੀ ਚਾਹੀਦੀ ਹੈ ਸਾਰਿਆਂ ਨੂੰ, ਕਿ ਇਹ ਲੱਖਾਂ ਕੁਰਬਾਨੀਆਂ ਦੇ ਕੇ ਪੱਗ ਆਈ ਹੈ ਸਾਨੂੰ ਤੇ ਸਾਨੂੰ ਮਾਣ ਹੈ ਆਪਣੀ ਕੀ ਪੱਗ ਤੇ ਕਿ ਮੈਂ ਇਹ ਵੀ ਸਾਰਿਆਂ ਨੂੰ ਕਹਿੰਦਾ ਕਿ ਪੱਗ ਬੰਨ੍ਹਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਾਡੀ ਸ਼ਾਨ ਹੈ, ਸਾਨੂੰ ਇਸ ਤੇ ਮਾਣ ਹੈ। ਸਿੱਖੀ ਸਾਡੀ ਸ਼ਾਨ ਹੈ, ਸਾਨੂੰ ਇਸ ਤੇ ਮਾਣ ਹੈ। ਮੈਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਬਖਸ਼ੀ ਹੋਈ ਦਾਤ ਜੋ ਆਪਣੀ ਪੱਗ, ਉਸ ਨੂੰ ਸਭ ਨੂੰ ਬੰਨ੍ਹਣਾ ਚਾਹੀਦਾ ਹੈ। ਕਦੋਂ ਤੋਂ ਬੰਨ੍ਹਣ ਲੱਗੇ ਸੀ ਪੱਗ? ਮੈਂ ਪੱਗ ਜਦੋਂ ਸੀਗਾ 7 ਸਾਲ ਦਾ, ਮੈਂ ਜ਼ਿਆਦਾ ਪੱਗ ਬੰਨ੍ਹਣ ਲੱਗਿਆ ਹੋਇਆ ਜੀ। ਕੀ ਮਹਿਸੂਸ ਕਰਦੇ ਹੋ ਪੱਗ ਬੰਨ੍ਹ ਕੇ? ਮੈਂ ਜੀ ਪੱਗ ਬੰਨ੍ਹ ਕੇ ਬਹੁਤ ਮਾਣ ਮਹਿਸੂਸ ਕਰਦਾ ਹਾਂ। ਤੁਸੀਂ ਪੱਗ ਕਿੱਥੋਂ ਬੰਨ੍ਹਣੀ ਸਿੱਖੀ ਹੈ? ਉਸਤਾਦ ਜੀ ਗੁਰਦੀਪ ਸਿੰਘ। ਕਿੰਨੀ ਦੇਰ ਤੋਂ ਪੱਗ ਬੰਨ੍ਹਦੇ ਹੋ? ਸਾਲ ਕ ਹੋ ਗਏ। ਕਿੰਨੀ ਉਮਰ ਕਿੰਨੀ ਹੈ ਤੁਹਾਡੀ? 12 ਸਾਲ। ਕੌਣ ਬੰਨ੍ਹਦਾ ਸੀ? ਕਿੱਦਾਂ ਤੁਹਾਨੂੰ ਸ਼ੌਂਕ ਕਿੱਥੋਂ ਜਾਗਿਆ ਪੱਗ ਬੰਨ੍ਹਣ ਦਾ? ਸਾਡਾ ਡੈਡੀ ਬੰਨ੍ਹਦਾ ਸੀ, ਅਸੀਂ ਵੀ ਬੰਨ੍ਹਣ ਲੱਗ ਗਏ। ਅੱਜ ਕੱਲ੍ਹ ਦੇ ਬੱਚੇ ਕੇਸ ਕਟਾ ਦਿੰਦੇ ਨੇ ਤੇ ਸਟਾਈਲ ਰੱਖਦੇ ਨੇ ਤੇ ਪੱਗ ਬੰਨ੍ਹਣ ਨੂੰ ਟਾਈਮ ਵੀ ਲੱਗਦਾ। ਤੁਸੀਂ ਕੀ ਮਾਣ ਮਹਿਸੂਸ ਕਰਦੇ ਹੋ ਅੱਜ ਸਿਰ ਤੇ ਦਸਤਾਰ ਸਜਾਈ ਆ? ਸਾਨੂੰ ਬਹੁਤ ਮਾਣ ਆ, ਸਾਡੀ ਇਹ ਆਨ ਸ਼ਾਨ ਆ, ਸਾਡਾ ਸਿਰ ਦਾ ਤਾਜ ਹੈ ਜੀ।
ਭਾਰਤੀ ਵਾਲਮੀਕ ਧਰਮ ਸਮਾਜ ਦੇ ਵੱਲੋਂ ਰਾਸ਼ਟਰੀ ਸਰਵ ਉੱਚ ਨਿਰਦੇਸ਼ਕ ਅਸ਼ਵਨੀ ਸਖੂਤਾ ਦੀ ਅਗਵਾਈ ਦੇ ਵਿੱਚ ਵਿਸ਼ਵ ਰਤਨ ਭਾਰਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 131ਵੇਂ ਜਨਮ ਦਿਨ ਦੇ ਸਬੰਧ ਦੇ ਵਿੱਚ ਵਿਸ਼ਾਲ ਸਕੂਟਰ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਮੇਅਰ ਬਲਕਾਰ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਸਮੇਤ ਅਸ਼ੋਕ ਪੱਪੀ ਪ੍ਰਾਸ਼ਰ, ਗੁਰਪ੍ਰੀਤ ਗੋਗੀ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤੀਆਂ ਦੇ ਮਸੀਹਾ ਡਾਕਟਰ BR ਅੰਬੇਡਕਰ ਸਾਹਿਬ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਇਹ ਸਕੂਟਰ ਮੋਟਰਸਾਈਕਲ ਰੈਲੀ ਕੈਲਾਸ਼ ਚੌਂਕ ਤੋਂ ਸ਼ੁਰੂ ਹੋ ਕੇ DC ਆਫਿਸ ਤੱਕ ਡਾਕਟਰ BR ਅੰਬੇਡਕਰ ਸਾਹਿਬ ਦੇ ਜੋ ਸਟੈਚੂ ਹੈ ਬੁੱਤ ਹੈ ਉੱਥੇ ਤੱਕ ਜਾਵੇਗੀ। ਭੀਮ ਸਾਰਿਆਂ ਨੂੰ, ਮੈਂ ਸਮੀਰ ਕਲਿਆਣ ਸਾਰੇ ਦੇਸ਼ ਵਾਸੀਆਂ ਨੂੰ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਜਨਮ ਦਿਹਾੜੇ ਤੇ ਸ਼ੁਭਕਾਮਨਾਵਾਂ ਦਿੰਦਾ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਉੱਚ ਸੋਚ ਦੇ ਮਾਲਕ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਤੇ ਸਾਨੂੰ ਸਾਰੇ ਨੌਜਵਾਨਾਂ ਨੂੰ ਚੱਲਣਾ ਚਾਹੀਦਾ। ਨਸ਼ੇ ਨੂੰ ਛੱਡ ਕੇ ਸਾਨੂੰ ਸ਼ਿਕਸ਼ਿਤ ਬਣਨਾ ਚਾਹੀਦਾ। ਉਹਨਾਂ ਦੀ ਇਸੇ ਸੋਚ ਨੂੰ ਲੈ ਕੇ ਅੱਜ ਮੈਂ ਤੇ ਮੇਰੇ ਸਾਥੀ ਕਲਿਆਣ ਯੂਥ ਫੈਡਰੇਸ਼ਨ ਵੱਲੋਂ ਬਾਬਾ ਸਾਹਿਬ ਦੀ ਇੱਕ ਮੋਟਰਸਾਈਕਲ ਰੈਲੀ ਕਰ ਰਹੇ ਹਾਂ, ਜਿਸ ਵਿੱਚ ਅਸੀਂ ਬਾਬਾ ਸਾਹਿਬ ਨੂੰ ਫੁੱਲ ਅਰਪਿਤ ਕਰਾਂਗੇ ਤੇ ਮਾਲਾ ਭੇਟ ਕਰਾਂਗੇ। ਸਾਰੇ ਸਾਥੀ ਜਲੰਧਰ ਬਾਈਪਾਸ ਜਾ ਕੇ ਬਾਬਾ ਸਾਹਿਬ ਜੀ ਨੂੰ ਫੁੱਲ ਅਰਪਿਤ ਕਰਾਂਗੇ ਤੇ ਉਹਨਾਂ ਤੇ ਦਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਲਵਾਂਗੇ। ਤੇ ਉਧਰ ਹੈਬੋਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਦਲ ਦੇ ਵੱਲੋਂ 28ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਨੌਜਵਾਨਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਕੈਂਪ ਦੇ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਮੌਕੇ ਤੇ ਵਿਸਾਖੀ ਦੇ ਤਿਉਹਾਰ ਤੇ ਇੱਕ ਕੈਂਪ ਲਗਾਇਆ ਗਿਆ। ਉਹਨਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਨਾਲ ਸਰੀਰ ਤੇ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਅਤੇ ਸਾਨੂੰ ਸਾਰਿਆਂ ਨੂੰ ਮਾਨਵਤਾ ਦੇ ਹਿੱਤ ਵਿੱਚ ਖੂਨਦਾਨ ਕਰਨਾ ਚਾਹੀਦਾ। ਇਹ ਜੀ ਸਾਡਾ 28ਵਾਂ ਖੂਨਦਾਨ ਕੈਂਪ ਹੈ। ਅਸੀਂ 2001 ਤੋਂ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਸੇਵਾ ਦਲ ਚਲਾ ਰਹੇ ਹਾਂ ਪਰਮਾਤਮਾ ਦੀ ਕਿਰਪਾ ਸਦਕਾ, ਤੇ ਇਹ 28ਵਾਂ ਖੂਨਦਾਨ ਕੈਂਪ ਹੈ। ਅੱਜ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਸਾਡੇ ਦਸ਼ਮ ਪਿਤਾ ਜੀ ਨੇ, ਤੇ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਇਹ ਤਾਂ ਆਪ ਜੀ ਸਾਰਿਆਂ ਨੂੰ ਪਤਾ ਜੀ। ਤੇ ਇੱਕ ਖਾਲਸਾ ਪੰਥ ਦੀ ਸਥਾਪਨਾ ਦਿਵਸ ਵਿਸਾਖੀ ਵਾਲੇ ਦਿਨ ਤੇ ਇੱਕ ਜਲਿਆਂਵਾਲੇ ਬਾਗ ਕਾਂਡ ਦੇ ਯਾਦ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਸੀਂ ਦੇ ਰਹੇ ਹਾਂ। ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਹਾਂ ਕਿ ਜਿਨ੍ਹਾਂ ਨੇ ਸਾਡੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਵੀ ਆਪਣੇ ਦੇਸ਼ ਲਈ ਕੁਝ ਛੋਟੀ ਜੀ ਕੋਈ ਉਪਰਾਲਾ ਕਰ ਸਕੀਏ। ਕਿੰਨੇ ਬੰਦੇ ਨੇ ਅਜੇ ਤੱਕ? 165 ਬੋਤਲਾਂ ਹੁਣ ਤੱਕ ਬਲੱਡ ਦੀਆਂ ਹੋ ਚੁੱਕੀਆਂ ਜੀ। ਇਹ 4 ਵਜੇ ਤੱਕ ਖੂਨਦਾਨ ਕੈਂਪ ਚੱਲਣਾ ਵਾਹਿਗੁਰੂ ਜੀ, ਤੇ ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਹੋਰ ਵੱਧ ਵੀ ਹੋ ਜਾਣਗੀਆਂ। ਸ਼੍ਰੀ ਸੰਕਟ ਮੋਚਨ ਹਨੂਮਾਨ ਮਹਾਸਭਾ ਦੇ ਵੱਲੋਂ ਦਰੇਸੀ ਗਰਾਊਂਡ ਦੇ ਵਿੱਚ ਬਾਲਾ ਜੀ ਨੂੰ ਸਮਰਪਿਤ ਰੱਥ ਯਾਤਰਾ ਕੱਢੀ ਗਈ। ਦੱਸ ਦਈਏ ਕਿ ਬਾਲਾ ਜੀ ਮਹਾਰਾਜ ਨੂੰ ਸਮਰਪਿਤ 13ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਅਤੇ ਇਸ ਮੌਕੇ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਵਿਸ਼ਾਲ ਸ਼ੋਭਾ ਯਾਤਰਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਵਿਸ਼ਾਲ ਯਾਤਰਾ ਬਾਲਾ ਜੀ ਨੂੰ ਸਮਰਪਿਤ ਹੈ ਅਤੇ ਵੱਧ ਚੜ੍ਹ ਕੇ ਸੰਗਤਾਂ ਇੱਥੇ ਸ਼ਿਰਕਤ ਕਰਕੇ ਆਸ਼ੀਰਵਾਦ ਹਾਸਲ ਕਰ ਰਹੀਆਂ ਨੇ। 13ਵੀਂ ਵਿਸ਼ਾਲ ਰੱਥ ਯਾਤਰਾ ਅੱਜ ਦਰੇਸੀ ਮੈਦਾਨ ਤੋਂ ਸ਼੍ਰੀ ਬਾਲਾ ਜੀ ਦੀ ਕੱਢੀ ਜਾ ਰਹੀ ਹੈ। ਸਾਰੇ ਸ਼ਹਿਰ ਵਾਸੀ, ਲੁਧਿਆਣਾ ਵਾਸੀ ਪਿਛਲੇ 13 ਸਾਲ ਤੋਂ ਬਾਲਾ ਜੀ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਨੇ। ਆਪਣੀ ਯਾਤਰਾ 'ਚ ਵੱਧ ਚੜ੍ਹ ਕੇ ਹਿੱਸਾ ਪਾ ਕੇ ਭਗਵਾਨ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਆ ਬਾਲਾ ਜੀ ਤੋਂ। ਮੈਂ ਸਮਝਦਾ ਵੀ ਬਾਲਾ ਜੀ ਤੇ ਕਿਰਪਾ ਕਰਦਾ ਵਾ, ਉਹ ਸਾਰੇ ਸੰਕਟ ਵੀ ਉਹਦੇ ਕੱਟੇ ਜਾਂਦੇ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਅੱਜ ਦੇ ਦਿਨ ਦਾ ਇੰਤਜ਼ਾਰ ਹੁੰਦਾ ਕਿ ਬਾਲਾ ਜੀ ਦਾ ਰੱਥ ਆ ਰਿਹਾ, ਉਹਨਾਂ ਤੋਂ ਆਸ਼ੀਰਵਾਦ ਲਈਏ। ਦਰੇਸੀ ਮੈਦਾਨ ਤੋਂ ਚੱਲ ਕੇ ਆਪਣੇ ਚੌੜੇ ਬਾਜ਼ਾਰ ਘੰਟਾ ਘਰ 3 ਨੰਬਰ ਡਿਵੀਜ਼ਨ ਨੇਮਾਲਾ ਚੌਂਕ ਸੁਹਾਨੀ ਬਿਲਡਿੰਗ ਚੌਂਕ ਤੋਂ ਸ਼ਾਹਪ ਰੋਡ ਦੇ ਉੱਤੇ ਸੰਕਟ ਮੋਚਨ ਹਨੂਮਾਨ ਮੰਦਿਰ ਦੇ ਵਿੱਚ ਜਾ ਕੇ ਸਮਾਪਤੀ ਹੁੰਦੀ ਆ। ਬਾਲਾ ਜੀ ਸਾਰੇ ਸ਼ਹਿਰ ਨੂੰ ਆਸ਼ੀਰਵਾਦ ਦਿੰਦੇ ਜਾਂਦੇ ਆ ਅੱਜ ਦੇ ਦਿਨ। ਨਿੱਜੀ ਨਸ਼ਾ ਛੁਡਾਓ ਕੇਂਦਰ 'ਚ ਹੋਈ ਮਰੀਜ਼ ਦੀ ਮੌਤ। ਪਰਿਵਾਰ ਨੇ ਹਸਪਤਾਲ 'ਚ ਕੀਤਾ ਜ਼ਬਰਦਸਤ ਹੰਗਾਮਾ। ਹਸਪਤਾਲ ਦੇ ਮੁਲਾਜ਼ਮਾਂ ਤੇ ਲਾਏ ਗੰਭੀਰ ਇਲਜ਼ਾਮ। ਖੰਨਾ 'ਚ 2 ਮੋਟਰਸਾਈਕਲ ਸਵਾਰ ਅਸਲੇ ਸਮੇਤ ਕਾਬੂ। 2 ਜ਼ਿੰਦਾ ਕਾਰਤੂਸ ਤੇ 32 ਬੋਰ ਦਾ ਪਿਸਤੌਲ ਬਰਾਮਦ। ਪੁਲਿਸ ਵੱਲੋਂ ਪੜਤਾਲ ਜਾਰੀ।
ਬਾਇਲ ਦੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ 'ਚ ਮਨਾਈ ਗਈ ਵਿਸਾਖੀ। ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ। ਗੁਰੂ ਸਾਹਿਬ ਦੇ ਚਰਨਾਂ 'ਚ ਭਰੀ ਹਾਜ਼ਰੀ। ਬਾਬਾ ਨਿਰਗੁਣ ਦਾਸ ਗੁਰਦੁਆਰਾ ਸਾਹਿਬ 'ਚ ਕਰਵਾਏ ਗਏ ਦਸਤਾਰ ਮੁਕਾਬਲੇ। ਤਕਰੀਬਨ 80 ਬੱਚਿਆਂ ਨੇ ਲਿਆ ਭਾਗ। ਜੇਤੂ ਬੱਚਿਆਂ ਨੂੰ ਦਿੱਤੇ ਗਏ ਨਗਦ ਇਨਾਮ। ਬਾਬਾ ਦਾਸ ਵੱਲੋਂ ਸਕੂਟਰ ਮੋਟਰਸਾਈਕਲ ਰੈਲੀ ਦਾ ਆਯੋਜਨ। ਆਪ ਵਿਧਾਇਕਾਂ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ। ਤੇ ਸ਼੍ਰੀ ਹਨੂਮਾਨ ਜਯੰਤੀ ਮੌਕੇ ਸਾਲਾਨਾ ਰੱਥ ਯਾਤਰਾ ਦਾ ਇੰਤਜ਼ਾਮ। ਸ਼੍ਰੀ ਸੰਕਟ ਮੋਚਨ ਹਨੂਮਾਨ ਮਹਾਸਭਾ ਵੱਲੋਂ ਕੀਤਾ ਗਿਆ ਆਯੋਜਨ। ਵਿਧਾਇਕ ਅਸ਼ੋਕ ਪ੍ਰਾਸ਼ਰ ਵੱਲੋਂ ਸੰਗਤਾਂ ਨੂੰ ਦਿੱਤੀ ਗਈ ਮੁਬਾਰਕਬਾਦ। ਤੇ ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇੰਨਾ ਹੀ। ਲਗਾਤਾਰ ਬਣੇ ਰਹੋ। ਧੰਨਵਾਦ।